प्यारे विद्यार्थियों, सब तो पहला मेरे चैनल ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵਿਦਿਆਰਥੀਓ, ਅੱਜ ਦੀ ਵੀਡੀਓ ਵਿੱਚ ਆਪਾਂ 10ਵੀਂ ਕਲਾਸ ਦੇ ਲਈ ਸਮਾਜਿਕ ਵਿਗਿਆਨ ਜੋ ਵਿਸ਼ਾ ਹੈ, ਐਸਐਸ ਵਿਸ਼ਾ ਹੈ, ਉਸ ਦੀ ਜੋ ਸੀਈਪੀ ਲਈ ਤੁਹਾਡੀ ਵਰਕਸ਼ੀਟ ਨੰਬਰ 9 ਹੈ, ਉਸ ਨੂੰ ਸੋਲਵ ਕਰਨ ਜਾ ਰਹੇ ਹਾਂ। ਤੇ ਅੱਜ ਇਸ ਨੂੰ ਆਪਾਂ ਪੰਜਾਬੀ ਅਤੇ ਇੰਗਲਿਸ਼ ਦੋਨੋਂ ਹੀ ਮੀਡੀਅਮ ਵਿੱਚ ਸੋਲਵ ਕਰਾਂਗੇ ਜੀ। ਪਹਿਲਾਂ ਤੁਹਾਨੂੰ ਸਾਰੇ ਜੋ ਕੁਐਸਚਨਾਂ ਦੇ ਆਨਸਰ ਹੈ ਪੰਜਾਬੀ ਵਿੱਚ ਦੱਸੇ ਜਾਣਗੇ ਤੇ ਉਸ ਤੋਂ ਬਾਅਦ ਸਾਰੇ ਹੀ ਕੁਐਸਚਨਸ ਆਪਾਂ ਇੰਗਲਿਸ਼ ਵਿੱਚ ਵੀ ਦੇਖਾਂਗੇ ਕਿ ਇੰਗਲਿਸ਼ ਵਿੱਚ ਉਹਨਾਂ ਦੇ ਕੀ ਆਨਸਰ ਆਉਣਗੇ ਜੀ। तो विद्यार्थियों, अगे चलने तो पहले जेकर तुसीं मेरे चैनल में हजे तक सबसक्राइब नहीं किया तो इसनूं सबसक्राइब जरूर कर देना है जी। सबसक्राइब करके बैल आइकन जरूर प्रेस कर देना है तो बैल आइकन में प्रेस करके ऑल दे नोटिफिकेशन जरूर ऑन कर लेना है तां जो मेरी हरेक नवीं वीडियो की नोटिफिकेशन तुहानूं सब तो पहला मिल सके। तो आओ हुण आपां एक एक करके सारे ही क्वेश्चनस के आंसर देखते हैं कि जो वर्कशीट नंबर 9 है उसके की आंसर आउणगे जी अपने को। तो इसमें जो वर्कशीट नंबर 9 और जो वर्कशीट नंबर 10 है, इन्हां दा जो तुहाडा सीईपी का पेपर होना है वो 25 अक्तूबर नूं होना है जी। तो आओ हुण आपां एक एक करके सारे ही क्वेश्चनस के आंसर देखते हैं जी। तो पहला क्वेश्चन अपने किस तरह है जी, प्राथमिक खेतर नूं आम तौर पर भारतीय अर्थ व्यवस्था की रीढ़ की हड्डी कहा जाता है क्योंकि। तो इसमें देखो इसका राइट आंसर क्या है जी, प्राथमिक खेतर नूं आम तौर पर भारतीय अर्थ व्यवस्था की रीढ़ की हड्डी कहा जाता है क्योंकि ਭਾਰਤੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਇਸ ਖੇਤਰ ਦੇ ਉੱਪਰ ਨਿਰਭਰ ਕਰਦਾ ਹੈ ਜੀ। ਪ੍ਰਾਥਮਿਕ ਖੇਤਰ ਜਿਸ ਤਰ੍ਹਾਂ ਇਸ ਦੇ ਵਿੱਚ ਖੇਤੀਬਾੜੀ ਵੀ ਆ ਜਾਂਦੀ ਹੈ, ਕੋਈ ਸਮਾਨ ਬਣਾਉਣਾ ਉਹ ਵੀ ਇਸ ਦੇ ਵਿੱਚ ਆ ਜਾਂਦਾ ਹੈ, ਖੇਤੀ ਕਰਨੀ, ਡੇਅਰੀ ਫਾਰਮਿੰਗ, ਮੱਛੀ ਪਾਲਣਾ, ਪਸ਼ੂ ਪਾਲਣ, ਇਹ ਸਾਰੇ ਹੀ ਜੋ ਕੰਮ ਹਨ ਉਹ ਪ੍ਰਾਥਮਿਕ ਖੇਤਰ ਦੇ ਵਿੱਚ ਆਉਂਦੇ ਹਨ ਜੀ। ਅਤੇ ਅਗਲਾ ਕੁਐਸਚਨ ਵੀ ਪ੍ਰਾਥਮਿਕ ਖੇਤਰ ਦੇ ਨਾਲ ਹੀ ਆਪਣੇ ਕੋਲ ਉਸਦੇ ਰਿਲੇਟਡ ਹੀ ਹੈ ਜੀ। ਪ੍ਰਾਥਮਿਕ ਖੇਤਰਾਂ ਦੇ ਵਿੱਚ ਉਹਨਾਂ ਖੇਤਰਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ ਜੋ ਖੇਤਰ ਆਪਣੇ ਉਤਪਾਦਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਹਨ। ਹੇਠ ਲਿਖੀਆਂ ਕਿਰਿਆਵਾਂ ਵਿੱਚੋਂ ਦੱਸੋ ਕਿ ਕਿਹੜੀ ਕਿਰਿਆ ਪ੍ਰਾਥਮਿਕ ਖੇਤਰ ਦਾ ਹਿੱਸਾ ਨਹੀਂ ਹੈ। ਅਤੇ ਇਹਨਾਂ ਚਾਰਾਂ ਦੇ ਵਿੱਚੋਂ ਉਹ ਕਿਹੜਾ ਹੈ ਜਿਸ ਦੇ ਵਿੱਚ ਪ੍ਰਾਥਮਿਕ ਖੇਤਰ ਦਾ ਕੋਈ ਲੈਣਾ ਦੇਣਾ ਨਹੀਂ ਹੈ, ਅਤੇ ਉਹ ਹੈ ਜੀ ਆਪਣੇ ਕੋਲ ਉਸਾਰੀ ਕਰਨਾ। ਅਤੇ ਇਹ ਜੋ ਉਸਾਰੀ ਕਰਨਾ ਹੈ ਅਤੇ ਇਸ ਨੂੰ ਆਪਣੇ ਕੋਲ ਜੋ ਹਿੱਸਾ ਹੁੰਦਾ ਹੈ ਉਹ ਨਿਰਮਾਣ ਖੇਤਰ ਦਾ ਹਿੱਸਾ ਹੁੰਦਾ ਹੈ। ਜੋ ਉਸਾਰੀ ਕਰਨਾ ਹੈ ਉਹ ਨਿਰਮਾਣ ਖੇਤਰ ਦਾ ਹਿੱਸਾ, ਜਾਂ ਉਸਨੂੰ ਆਪਾਂ ਗੌਣ ਖੇਤਰ ਵੀ ਕਹਿ ਦਿੰਦੇ ਹਨ। ਜੋ ਤੀਸਰਾ ਕੁਐਸਚਨ ਆਪਣੇ ਕੋਲ ਇਸ ਦੇ ਨਾਲ ਰਿਲੇਟਡ ਹੈ, ਜੋ ਗੌਣ ਖੇਤਰ ਜਾਂ ਨਿਰਮਾਣ ਖੇਤਰ ਦੇ ਰਿਲੇਟਡ ਹੀ ਹੈ ਜੀ ਆਪਣੇ ਕੋਲ। ਅਗਲਾ ਆਪਣੇ ਕੋਲ ਹੈ ਜੀ, ਨਮਨ ਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਿਹਾ ਜਾਂਦਾ ਹੈ। ਇਹ ਖੇਤਰ ਸਾਧਨਾਂ ਦੀ ਕੱਚੇ ਮਾਲ ਦੀ ਤੌਰ 'ਤੇ ਵਰਤੋਂ ਕਰਦਾ ਹੈ। ਹੇਠ ਲਿਖੀਆਂ ਕਿਰਿਆਵਾਂ ਵਿੱਚੋਂ ਦੱਸੋ ਕਿ ਕਿਹੜੀ ਕਿਰਿਆ ਗੌਣ ਖੇਤਰ ਨਾਲ ਸੰਬੰਧਿਤ ਹੋਣ ਕਾਰਨ ਕੱਚੇ ਮਾਲ ਦੀ ਵਰਤੋਂ ਕਰਦੀ ਹੈ। ਅਤੇ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ। ਕੱਪੜਾ ਉਦਯੋਗ ਵੀ ਜੋ ਹੈ ਕੱਚੇ ਮਾਲ ਦਾ ਆਪਣੇ ਕੋਲ ਉਸ ਦੇ ਨਾਲ ਉਸ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ। ਗੰਨਾ ਉਦਯੋਗ ਦੇ ਵਿੱਚ ਵੀ, ਲੋਹਾ ਇਸਪਾਤ ਉਦਯੋਗ ਦੇ ਵਿੱਚ ਵੀ, ਸਾਰਿਆਂ ਦੇ ਵਿੱਚ ਹੀ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ। ਇਟ ਮੀਨ ਆਪਣੇ ਕੋਲ ਜੋ ਇਸ ਦੀ ਰਾਈਟ ਆਪਸ਼ਨ ਹੈ ਉਹ ਚੌਥੀ ਆ ਜਾਏਗੀ ਜੀ। ਉਪਰੋਕਤ ਸਾਰੇ ਹੀ ਜੋ ਹਨ ਆਪਣੇ ਕੋਲ ਉਹ ਗੌਣ ਖੇਤਰ ਜਾਂ ਨਿਰਮਾਣ ਖੇਤਰ ਨੂੰ ਦਰਸਾਉਂਦੇ ਹਨ ਜੀ। ਅਗਲਾ ਕੁਐਸਚਨ ਆਪਣੇ ਕੋਲ ਹੈ ਜੀ, ਭਾਰਤ ਵਿੱਚ ਗੌਣ ਖੇਤਰ ਨੂੰ ਕਿਹੜੀ ਇੱਕ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਇਸ ਦਾ ਆਪਣੇ ਕੋਲ ਇਹਨਾਂ ਚਾਰ ਆਪਸ਼ਨ ਦੇ ਵਿੱਚੋਂ ਸਹੀ ਆਪਸ਼ਨ ਆ ਜਾਏਗੀ ਜੀ, ਜੋ ਭਾਰਤ ਵਿੱਚ ਕਮਜ਼ੋਰ ਬੁਨਿਆਦੀ ਢਾਂਚਾ ਅਤੇ ਬਿਜਲੀ ਦੀ ਜੋ ਕਮੀ ਹੈ ਇਹ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਦਾ ਸਾਹਮਣਾ ਇਸ ਨੂੰ ਕਰਨਾ ਪੈ ਰਿਹਾ ਹੈ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਤਸਵੀਰ ਵਿੱਚ ਦਿਖਾਇਆ ਗਿਆ ਖੇਤਰ ਭਾਰਤੀ ਅਰਥ ਵਿਵਸਥਾ ਦਾ ਉਹ ਖੇਤਰ ਹੈ ਜਿਸ ਵਿੱਚ ਬੈਂਕਿੰਗ ਸੇਵਾਵਾਂ, ਬੀਮਾ ਸੇਵਾਵਾਂ, ਯਾਤਾਯਾਤ ਦੇ ਸਾਧਨ ਅਤੇ ਸੰਚਾਰ ਦੀਆਂ ਸੇਵਾਵਾਂ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਦੱਸੋ ਤਸਵੀਰ ਹੇਠ ਲਿਖਿਆਂ ਵਿੱਚੋਂ ਕਿਸ ਖੇਤਰ ਦੇ ਨਾਲ ਸੰਬੰਧਿਤ ਹੈ। ਅਤੇ ਦੇਖੋ ਸੋਹਣਾ, ਪ੍ਰਾਥਮਿਕ ਖੇਤਰ ਨਹੀਂ ਹੈ ਕਿਉਂਕਿ ਪ੍ਰਾਥਮਿਕ ਖੇਤਰ ਦੇ ਵਿੱਚ ਆਪਣੇ ਕੋਲ ਕੱਚਾ ਮਾਲ ਹੁੰਦਾ ਹੈ। ਜੋ ਮੁੱਢਲੀਆਂ ਸੇਵਾਵਾਂ ਹੁੰਦੀਆਂ ਜਿੱਦਾਂ ਖੇਤੀਬਾੜੀ, ਡੇਅਰੀ ਫਾਰਮਿੰਗ, ਮੱਛੀ ਪਾਲਣ, ਇਹ ਪ੍ਰਾਥਮਿਕ ਦੇ ਵਿੱਚ ਆ ਜਾਂਦਾ ਹੈ। ਬਟ ਇਸ ਦੇ ਵਿੱਚ ਕਿਹਾ ਗਿਆ ਹੈ ਜਿੱਦਾਂ ਬੈਂਕਿੰਗ ਸੇਵਾਵਾਂ ਹਨ, ਬੀਮਾ ਸੇਵਾਵਾਂ ਹਨ, ਯਾਤਾਯਾਤ ਦੇ ਨਿਯਮ ਹਨ, ਸੰਚਾਰ ਦੀਆਂ ਸੇਵਾਵਾਂ ਹਨ, ਅਤੇ ਇਹ ਗੌਣ ਖੇਤਰ ਵੀ ਨਹੀਂ ਹੈ ਕਿਉਂਕਿ ਗੌਣ ਖੇਤਰ ਆਪਾਂ ਹੁਣੇ ਹੀ ਦੇਖਿਆ ਉੱਪਰ। ਗੌਣ ਖੇਤਰ ਦੇ ਵਿੱਚ ਕੀ ਆ ਜਾਂਦਾ ਹੈ, ਦੇਖੋ ਆਪਾਂ ਹੁਣੇ ਦੇਖਿਆ ਉੱਪਰ, ਗੌਣ ਖੇਤਰ ਦੇ ਵਿੱਚ ਆ ਜਾਂਦਾ ਹੈ ਕੱਪੜਾ ਉਦਯੋਗ, ਗੰਨਾ ਉਦਯੋਗ, ਲੋਹਾ ਇਸਪਾਤ ਆਦਿ ਜਿਸ ਦਾ ਨਿਰਮਾਣ ਕਰਨਾ। ਅਤੇ ਇਟ ਮੀਨ ਇਹ ਵੀ ਇਹ ਨਹੀਂ ਹੈ। ਅਤੇ ਇਹ ਆਪਣੇ ਕੋਲ ਸੁਣਾ ਜਾਏਗਾ ਜੀ, ਜੋ ਤੀਸਰੀ ਆਪਸ਼ਨ ਆਪਣੇ ਕੋਲ ਹੈ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਇਸ ਨੂੰ ਆਪਾਂ ਕਵਾਂਗੇ ਜੀ। ਤੀਸਰੀ ਆਪਸ਼ਨ ਆਪਣੇ ਕੋਲ ਸਹੀ ਹੈ। ਇਹ ਜੋ ਬੀਮਾ ਹੈ, ਯਾਤਾਯਾਤ ਜਾਂ ਬੈਂਕਿੰਗ ਸੇਵਾਵਾਂ ਹੈ, ਇਹ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਦੇ ਅੰਦਰ ਆਉਂਦੀਆਂ ਹਨ ਜੀ।
अगला क्वेश्चन अपने को इस तरह है, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਤਿੰਨਾਂ ਖੇਤਰਾਂ ਜੋ ਆਪਾਂ ਹੁਣ ਤਿੰਨੇ ਖੇਤਰ ਪੜ੍ਹੇ ਹਨ, ਪ੍ਰਾਥਮਿਕ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਦੀ ਆਪਸੀ ਨਿਰਭਰਤਾ ਦਾ ਸਭ ਤੋਂ ਵਧੀਆ ਵਰਣਨ ਕਿਹੜਾ ਕਰਦਾ ਹੈ, ਕਿ ਇਹ ਆਪਸ ਵਿੱਚ ਕਿਸ ਤਰ੍ਹਾਂ ਇੱਕ ਦੂਜੇ ਨਾਲ ਨਿਰਭਰ ਕਰਦੇ ਹਨ। ਆਪਸੀ ਨਿਰਭਰਤਾ ਦਾ ਸਭ ਤੋਂ ਵਧੀਆ ਵਰਣਨ ਕਿਹੜੀ ਸਟੇਟਮੈਂਟ ਕਰਦੀ ਹੈ ਇਹਨਾਂ ਚਾਰਾਂ ਦੇ ਵਿੱਚੋਂ। ਅਤੇ ਇਸ ਦਾ ਆਪਣੇ ਕੋਲ ਜੋ ਰਾਈਟ ਆਪਸ਼ਨ ਆਏਗਾ ਉਹ ਆਏਗਾ ਜੀ ਤੀਸਰਾ, ਆਪਣੇ ਕੋਲ ਜੋ ਤਿੰਨੇ ਖੇਤਰਾਂ ਦਾ ਉਤਪਾਦਨ ਹੈ, ਉਤਪਾਦਨ, ਵੰਡ ਅਤੇ ਸੇਵਾਵਾਂ ਲਈ ਆਪਸੀ ਨਿਰਭਰਤਾ ਹੈ ਜੀ। ਅਤੇ ਇਹ ਤੀਸਰੀ ਆਪਸ਼ਨ ਆਪਣੇ ਕੋਲ ਸਹੀ। ਆਓ ਹੁਣ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ, ਹੇਠ ਲਿਖਿਆਂ ਕਥਨਾਂ ਦਾ ਵਿਸ਼ਲੇਸ਼ਣ ਕਰੋ ਕਿ ਦੱਸੋ ਕਿ ਸੰਗਠਿਤ ਅਤੇ ਅਸੰਗਠਿਤ ਦੋਵਾਂ ਖੇਤਰਾਂ ਵਿੱਚ ਕੀ ਅੰਤਰ ਪਾਇਆ ਜਾਂਦਾ ਹੈ। ਅਤੇ ਇਹ ਦੇਖੋ ਨੀਚੇ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ। ਅਤੇ ਦੇਖੋ ਪਹਿਲੀ ਆਪਸ਼ਨ ਆਪਣੇ ਕੋਲ ਕੀ ਲਿਖੀ ਹੋਈ ਹੈ ਜੀ, ਸੰਗਠਿਤ ਖੇਤਰ ਨੌਕਰੀ ਪੱਖੋਂ ਸੁਰੱਖਿਅਤ ਖੇਤਰ ਹੈ, ਜਦਕਿ ਅਸੰਗਠਿਤ ਖੇਤਰ ਨੌਕਰੀ ਪੱਖੋਂ ਅਸੁਰੱਖਿਅਤ ਹੈ। ਅਤੇ ਇਹ ਬਿਲਕੁਲ ਸਹੀ ਹੈ, ਪਹਿਲੀ ਸਟੇਟਮੈਂਟ ਸਹੀ ਹੈ। ਦੂਸਰਾ ਦੇਖੋ, ਸਰਕਾਰੀ ਅਤੇ ਅਰਧ ਸਰਕਾਰੀ ਖੇਤਰ ਸੰਗਠਿਤ ਖੇਤਰਾਂ ਦਾ ਹਿੱਸਾ ਹਨ, ਜਦਕਿ ਅਸੰਗਠਿਤ ਖੇਤਰ ਪ੍ਰਾਈਵੇਟ ਖੇਤਰ ਦਾ ਹਿੱਸਾ ਹੁੰਦਾ ਹੈ। ਅਤੇ ਇਹ ਵੀ ਆਪਣੇ ਕੋਲ ਸਹੀ ਹੈ। ਜੋ ਸਰਕਾਰੀ ਖੇਤਰ ਹੁੰਦੇ ਹਨ ਉਹ ਆਪਣੇ ਕੋਲ ਸੰਗਠਿਤ ਖੇਤਰ ਹੁੰਦੇ ਹਨ, ਅਤੇ ਜੋ ਪ੍ਰਾਈਵੇਟ ਖੇਤਰ ਹੁੰਦੇ ਹਨ ਉਹ ਅਸੰਗਠਿਤ ਖੇਤਰ ਹੁੰਦੇ ਹਨ। ਦੂਸਰੀ ਸਟੇਟਮੈਂਟ ਵੀ ਸਹੀ ਹੈ। ਤੀਸਰੀ ਸਟੇਟਮੈਂਟ ਦੇਖੋ ਜੀ, ਆਪਣੇ ਕੋਲ ਸੰਗਠਿਤ ਖੇਤਰ ਨੂੰ ਸਰਕਾਰ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਅਸੰਗਠਿਤ ਖੇਤਰਾਂ ਨੂੰ ਕੰਮ ਦੇਣ ਵਾਲੇ ਮਾਲਕਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਅਤੇ ਇਟ ਮੀਨ ਇਹ ਤਿੰਨੇ ਹੀ ਜੋ ਸਟੇਟਮੈਂਟ ਸਹੀ ਹਨ। ਇਸ ਲਈ ਆਪਾਂ ਜੋ ਸਹੀ ਆਪਸ਼ਨ ਹੈ ਉਹ ਕਿਹੜੀ ਆਏਗੀ, ਉਪਰੋਕਤ ਸਾਰੀਆਂ ਹੀ ਜੋ ਉੱਪਰ ਸਟੇਟਮੈਂਟ ਲਿਖੀਆਂ ਹਨ ਉਹ ਸਾਰੀਆਂ ਦੀਆਂ ਸਾਰੀਆਂ ਸਹੀ ਹਨ ਜੀ। ਇਸ ਲਈ ਚੌਥੀ ਆਪਸ਼ਨ 'ਤੇ ਆਪਾਂ ਟਿਕ ਕਰ ਦੇਣਾ ਹੈ। ਅਗਲਾ ਹੈ ਜੀ, ਭਾਰਤ ਵਿੱਚ ਛੋਟੇ ਪੈਮਾਨੇ 'ਤੇ ਜ਼ਿਆਦਾਤਰ ਉਦਯੋਗ ਕਿਸ ਖੇਤਰ ਅਧੀਨ ਆਉਂਦੇ ਹਨ। ਅਤੇ ਜ਼ਿਆਦਾਤਰ ਜੋ ਛੋਟੇ ਖੇਤਰ ਹਨ ਉਹ ਅਸੰਗਠਿਤ ਖੇਤਰ ਜੋ ਹੈ ਪ੍ਰਾਈਵੇਟ ਖੇਤਰ ਉਸ ਦੇ ਅੰਦਰ ਆਉਂਦੇ ਹਨ ਜੀ। ਅਗਲਾ ਕੁਐਸਚਨ ਆਪਣੇ ਕੋਲ ਇਸ ਤਰ੍ਹਾਂ ਹੈ ਜੀ, ਜਗਦੇਵ ਬਹੁਤ ਹੀ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਉਹਨਾਂ ਕੋਲ ਨਾ ਤਾਂ ਕੋਈ ਜ਼ਮੀਨ ਹੈ, ਨਾ ਹੀ ਉਹ ਪੜ੍ਹਿਆ ਲਿਖਿਆ ਹੈ। ਉਹ ਅਨਪੜ੍ਹ ਹੋਣ ਕਰਕੇ ਉਸ ਨੂੰ ਕੋਈ ਪੱਕੀ ਨੌਕਰੀ ਵੀ ਨਹੀਂ ਮਿਲ ਸਕਦੀ। ਅਜਿਹੀ ਸਥਿਤੀ ਵਿੱਚ ਭਾਰਤੀ ਅਰਥ ਵਿਵਸਥਾ ਦਾ ਕਿਹੜਾ ਖੇਤਰ ਹੈ ਜੋ ਉਸ ਨੂੰ ਰੁਜ਼ਗਾਰ ਮੁਹੱਈਆ ਕਰਦਾ ਹੈ। ਅਤੇ ਹੁਣੇ ਆਪਾਂ ਕੀਤਾ ਹੈ, ਜੇਕਰ ਉਹ ਪੜ੍ਹਿਆ ਲਿਖਿਆ ਵੀ ਨਹੀਂ ਹੈ ਅਤੇ ਗਰੀਬ ਵੀ ਹੈ ਅਤੇ ਉਸ ਨੂੰ ਮਿਲੇਗਾ ਜੀ ਫਿਰ ਆਪਣੇ ਕੋਲ ਪ੍ਰਾਈਵੇਟ ਨੌਕਰੀ ਮਿਲੇਗੀ। ਪ੍ਰਾਈਵੇਟ ਆਪਣੇ ਕੋਲ ਕੀ ਹੁੰਦਾ ਹੈ ਜੀ, ਫਿਰ ਅਸੰਗਠਿਤ ਖੇਤਰ ਦੇ ਅੰਦਰ ਉਸ ਨੂੰ ਕੰਮ ਕਰਨਾ ਪਏਗਾ ਜੀ। ਜੋ ਅਸੰਗਠਿਤ ਖੇਤਰ ਹੈ ਉਸ ਨੂੰ ਕੀ ਕਰੇਗਾ, ਰੁਜ਼ਗਾਰ ਮੁਹੱਈਆ ਕਰਵਾਏਗਾ ਜੀ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਨ। ਹਰਮਨ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਹੈ, ਜਦਕਿ ਉਸਦੇ ਪਿਤਾ ਜੀ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹਨ। ਹਰਮਨ ਦੇ ਪਿਤਾ ਜੀ ਉਸ ਨੂੰ ਦੱਸਦੇ ਹਨ ਕਿ ਸਰਕਾਰੀ ਖੇਤਰ ਇੱਕ ਸੰਗਠਿਤ ਖੇਤਰ ਹੈ, ਜੋ ਕਿ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ, ਜਿਸ ਖੇਤਰ ਵਿੱਚ ਕਰਮਚਾਰੀਆਂ ਲਈ ਪਹਿਲਾਂ ਤੋਂ ਹੀ ਕੰਮ ਕਰਨ ਦੇ ਨਿਰਧਾਰਿਤ ਨਿਯਮ ਅਤੇ ਕਾਨੂੰਨਾਂ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਦੱਸੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਗਠਿਤ ਖੇਤਰ ਦੀ ਵਿਸ਼ੇਸ਼ਤਾ ਨੂੰ ਦਰਸਾਉਂਦੀ ਹੈ। ਦੇਖੋ ਆਪਣੇ ਕੋਲ ਚਾਰ ਆਪਸ਼ਨ ਹਨ ਅਤੇ ਇਹਨਾਂ ਵਿੱਚ ਦੱਸਣਾ ਹੈ ਕਿ ਸੰਗਠਿਤ ਜੋ ਖੇਤਰ ਹੈ ਉਸ ਦੀਆਂ ਵਿਸ਼ੇਸ਼ਤਾਵਾਂ। ਪਹਿਲਾ, ਕਰਮਚਾਰੀਆਂ ਲਈ ਸੁਰੱਖਿਆ, ਸਮਾਜਿਕ ਸੁਰੱਖਿਆ, ਬਿਲਕੁਲ ਸਹੀ ਹੈ ਜੀ। ਦੂਸਰਾ ਹੈ ਨਿਯਮ ਨਿਸ਼ਚਿਤ ਤਨਖਾਹ ਅਤੇ ਭੱਤੇ, ਬਿਲਕੁਲ ਸਹੀ ਹੈ। ਸਰਕਾਰੀ ਸੰਗਠਨ ਦੀ ਗੱਲ ਹੋ ਰਹੀ ਹੈ ਜੀ। ਛੁੱਟੀਆਂ ਦੇ ਵੀ ਨਿਯਮ ਹੁੰਦੇ ਹਨ, ਬਿਲਕੁਲ ਸਰਕਾਰੀ ਸੰਗਠਨ ਦੇ ਵਿੱਚ। ਇਟ ਮੀਨ ਸਾਰੇ ਹੀ ਆਪਸ਼ਨ ਜੋ ਸਹੀ ਹਨ ਅਤੇ ਆਪਾਂ ਚੌਥੀ ਆਪਸ਼ਨ ਉਪਰੋਕਤ ਸਾਰੇ ਨੂੰ ਟਿਕ ਕਰ ਦੇਣਾ ਹੈ ਜੀ। ਚੌਥੀ ਆਪਸ਼ਨ ਆਪਣੇ ਕੋਲ ਸਹੀ ਆਪਸ਼ਨ ਹੈ ਜੀ। ਅਗਲਾ ਹੈ ਜੀ, 18ਵੀਂ ਅਤੇ 19ਵੀਂ ਸਦੀ ਵਿੱਚ ਆਈਆਂ ਉਦਯੋਗਿਕ ਕ੍ਰਾਂਤੀਆਂ ਨੇ ਵਿਸ਼ਵ ਵਪਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ। ਅਤੇ ਇਹ ਚਾਰ ਆਪਸ਼ਨ ਦੇ ਵਿੱਚ ਦੇਖੋ, ਜੋ 18ਵੀਂ ਅਤੇ 19ਵੀਂ ਸਦੀ ਵਿੱਚ ਜੋ ਉਦਯੋਗਿਕ ਕ੍ਰਾਂਤੀ ਆਈ ਹੈ ਉਸਨੇ ਵਿਸ਼ਵ ਵਪਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ। ਕਿ ਕੱਚੇ ਮਾਲ ਦੀ ਪੂਰਤੀ ਅਤੇ ਨਿਰਮਿਤ ਵਸਤਾਂ ਲਈ ਨਵੇਂ ਵਿਸ਼ਵ ਬਾਜ਼ਾਰ ਉੱਭਰ ਕੇ ਸਾਹਮਣੇ ਆਏ। ਅਤੇ ਇਹ ਆਪਣੇ ਕੋਲ ਇਸ ਆਪਸ਼ਨ ਜੋ ਸੈਕਿੰਡ ਆਪਸ਼ਨ ਹੈ ਉਹ 11ਵੇਂ ਕੁਐਸਚਨ ਲਈ ਬਿਲਕੁਲ ਸਹੀ ਆਪਸ਼ਨ ਹੈ ਜੀ। ਅਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅੰਤਰਰਾਸ਼ਟਰੀ ਵਪਾਰ ਲਈ ਈ ਕਮਰਸ ਦੁਆਰਾ ਲਿਆਂਦੀ ਗਈ ਇੱਕ ਵੱਡੀ ਤਬਦੀਲੀ ਕਿਹੜੀ ਹੈ। ਹੁਣ ਈ ਕਮਰਸ ਹੁਣ ਕੀ ਹੁੰਦਾ ਹੈ ਜੀ, ਈ ਕਮਰਸ ਹੁੰਦਾ ਜਿਸ ਤਰ੍ਹਾਂ ਆਪਾਂ ਇੰਟਰਨੈੱਟ ਦੀ ਵਰਤੋਂ ਕਰਦੇ ਹਾਂ ਅਤੇ ਇੰਟਰਨੈੱਟ ਦੀ ਵਰਤੋਂ ਨੂੰ ਹੀ ਆਪਾਂ ਈ ਕਮਰਸ ਮੇਨ ਕਹਿ ਦਿੰਦੇ ਹਨ ਕਿ ਇੰਟਰਨੈੱਟ ਦੀ ਵਰਤੋਂ ਕਰਕੇ ਹੀ ਜੋ ਚੀਜ਼ਾਂ ਦੀ ਖਰੀਦੋ ਫਰੋਖਤ ਕਰਨੀ ਹੈ ਉਸ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਚੀਜ਼ਾਂ ਨੂੰ ਵੇਚਣਾ ਅਤੇ ਆਪਣਾ ਖਰੀਦਣਾ ਈ ਕਮਰਸ ਦਰਸਾਉਂਦਾ ਹੈ ਜੀ। ਅਤੇ ਹੁਣ ਇਸ ਦੀ ਜੋ ਆਪਸ਼ਨ ਹੈ ਦੇਖੋ ਆਪਣੇ ਕੋਲ,
कि अंतरराष्ट्रीय व्यापार लिए ई कमर्स द्वारा लियांदी गई एक वड्डी तब्दीली किहड़ी है जी, तो वो अपने को है दूसरी ऑप्शन आ जाएगी, जो छोटे कारोबारी है, छोटे कारोबारी मालकां दी अंतरराष्ट्रीय बाज़ारां तक पहुँच नूं आसान बनाउणा। तो इस दे नाल अपने को अंतरराष्ट्रीय व्यापार दे विच काफ़ी सहायता मिलती है जी ई कमर्स दे नाल। ते अगला क्वेश्चन अपने को इस तरह है जी, आधुनिक युग ਦੇ ਵਿੱਚ ई ਕਮਰਸ ਨੇ ਵਿਸ਼ਵ ਵਪਾਰ ਲਈ ਕ੍ਰਾਂਤੀ ਲਿਆ ਦਿੱਤੀ ਹੈ ਤੇ ਕਿਹੜੀਆਂ-ਕਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ई ਕਮਰਸ ਲਈ ਜਾਣੀਆਂ ਜਾਂਦੀਆਂ ਹਨ ਤੇ ਕਿਹੜੀਆਂ-ਕਿਹੜੀਆਂ ਕੰਪਨੀਆਂ ਤੋਂ ਆਪਾਂ ਸਮਾਨ ਖਰੀਦਦੇ ਹਨ। ਦੇਖੋ ਇੱਕ ਆਪਣੇ ਕੋਲ ਹੈ ਵਾਲਮਾਰਟ, ਇਹ ਵੀ ਬਿਲਕੁਲ ਸਹੀ ਹੈ, ਵਾਲਮਾਰਟ ਤੋਂ ਵੀ ਸਮਾਨ ਖਰੀਦਿਆ ਜਾਂਦਾ ਹੈ। ਇਸੇ ਤਰ੍ਹਾਂ ਅਗਲੀ ਆਪਸ਼ਨ ਆਪਣੇ ਕੋਲ ਹੈ ਐਮਾਜ਼ੋਨ, ਐਮਾਜ਼ੋਨ ਤੋਂ ਵੀ ਸਮਾਨ ਖਰੀਦਦੇ ਹਾਂ ਆਪਾਂ। ਤੇ ਅੱਗੇ ਆਪਣੇ ਕੋਲ ਹੈ ਜੀ IBM ਤੋਂ ਵੀ ਸਮਾਨ ਖਰੀਦਿਆ ਜਾਂਦਾ ਹੈ ਔਨਲਾਈਨ। ਤੇ ਇਟ ਮੀਨਸ ਸਾਰੀਆਂ ਹੀ ਜੋ ਆਪਸ਼ਨ ਹਨ ਉਹ ਈ ਕਮਰਸ ਦੇ ਅੰਡਰ ਆਪਣੇ ਕੋਲ ਅੰਤਰਰਾਸ਼ਟਰੀ ਕੰਪਨੀਆਂ ਈ ਕਮਰਸ ਲਈ ਜਾਣੀਆਂ ਜਾਂਦੀਆਂ ਹਨ। ਇਹ ਸਾਰੀਆਂ ਹੀ ਕੰਪਨੀਆਂ ਜਾਣੀਆਂ ਜਾਂਦੀਆਂ ਹਨ। ਇਸ ਲਈ ਆਪਾਂ ਜੋ ਚੌਥੀ ਆਪਸ਼ਨ ਹੈ ਇਸ 'ਤੇ ਟਿਕ ਕਰ ਦੇਣਾ ਹੈ। ਚੌਥੀ ਆਪਸ਼ਨ ਆਪਣੇ ਕੋਲ ਸਹੀ ਆਪਸ਼ਨ ਹੋਏਗੀ ਕਿ ਸਾਰੀਆਂ ਹੀ ਜੋ ਕੰਪਨੀਆਂ ਹਨ ਉਹ ਅੰਤਰਰਾਸ਼ਟਰੀ ਈ ਕਮਰਸ ਲਈ ਜਾਣੀਆਂ ਜਾਂਦੀਆਂ ਹਨ ਜੀ। ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਹੈ ਜੀ, ਹੇਠਾਂ ਦਿੱਤੇ ਪੈਰੇ ਨੂੰ ਧਿਆਨ ਨਾਲ ਪੜ੍ਹੋ ਅਤੇ ਪ੍ਰਸ਼ਨਾਂ ਵਾਲੇ ਉੱਤਰ ਦੇਣੇ ਹਨ। ਇਸ ਦੇ ਵਿੱਚ ਵੀ ਆਪਾਂ ਕਿਸ ਦੀ ਗੱਲ ਕੀਤੀ ਹੈ ਇਸ ਪੈਰਾਗ੍ਰਾਫ ਦੇ ਵਿੱਚ, ਈ ਕਮਰਸ ਕਿਸੇ ਵੀ ਦੇਸ਼ ਦੀ ਆਰਥਿਕ ਅਤੇ ਵਿਕਾਸ ਦਾ ਇੱਕ ਵੱਡਾ ਹਿੱਸਾ ਹੁੰਦਾ ਹੈ। ਈ ਕਮਰਸ ਦੀ ਗੱਲ ਕੀਤੀ ਹੈ। ਇਹ ਖਾਸ ਤੌਰ 'ਤੇ ਉਹਨਾਂ ਕਾਰੋਬਾਰੀਆਂ ਲਈ ਮਹੱਤਵਪੂਰਨ ਹੈ ਜੋ ਆਪਣੀਆਂ ਉਤਪਾਦਾਂ ਜਾਂ ਸੇਵਾਵਾਂ ਨੂੰ ਔਨਲਾਈਨ ਵੇਚਦੇ ਹਨ। ਬਹੁਤ ਸਾਰੇ ਲੋਕ ਆਪਣੀ ਖਰੀਦਦਾਰੀ ਔਨਲਾਈਨ ਕਰ ਰਹੇ ਹਨ। ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪ੍ਰਚੂਨ ਬਾਜ਼ਾਰ ਹੈ। ਅੰਕੜੇ ਦੱਸਦੇ ਹਨ ਕਿ ਇੰਟਰਨੈਟ ਦੀ ਪਹੁੰਚ ਵਾਲੇ 96% ਅਮਰੀਕੀਆਂ ਨੇ ਔਨਲਾਈਨ ਖਰੀਦਦਾਰੀ ਕੀਤੀ ਹੈ। ਈ ਕਮਰਸ ਉਪਭੋਗਤਾਵਾਂ ਨੂੰ ਉਤਪਾਦ ਜਾਂ ਸੇਵਾਵਾਂ ਦੀ ਖਰੀਦਦਾਰੀ ਕਰਨ ਲਈ ਇੱਕ ਵਧੇਰੇ ਸੁਵਿਧਾਜਨਕ ਤਰੀਕਾ ਪ੍ਰਦਾਨ ਕਰਦਾ ਹੈ। ਉਹਨਾਂ ਨੂੰ ਖਰੀਦਦਾਰੀ ਕਰਨ ਲਈ ਬਾਜ਼ਾਰ ਜਾਂ ਸਥਾਨ 'ਤੇ ਜਾਣ ਦੀ ਲੋੜ ਨਹੀਂ ਹੁੰਦੀ ਹੈ ਜੀ। ਤੇ ਇਹ ਦੇਖੋ ਹੁਣ ਆਪਣੇ ਕੋਲ ਨੀਚੇ ਕੁਛ ਕੁਐਸਚਨ ਦਿੱਤੇ ਗਏ ਹਨ, ਉਹਨਾਂ ਕੁਐਸਚਨਾਂ ਦੇ ਆਪਾਂ ਫਿਰ ਨੀਚੇ ਆਨਸਰ ਦੇਣੇ ਹਨ। ਪਹਿਲਾਂ 14ਵਾਂ ਕੁਐਸਚਨ ਦੇਖੋ ਜੀ, ਹੇਠਾਂ ਦਿੱਤੀਆਂ ਕਥਨਾਂ ਦੇ ਵਿੱਚੋਂ ਕਿਹੜਾ ਕਥਨ ਈ ਕਮਰਸ ਨੂੰ ਸਭ ਤੋਂ ਵਧੀਆ ਪ੍ਰਭਾਸ਼ਿਤ ਕਰਦਾ ਹੈ। ਤੇ ਪਹਿਲਾ ਆਪਣੇ ਕੋਲ ਹੈ ਰਿਵਾਇਤੀ ਬਾਜ਼ਾਰਾਂ ਰਾਹੀਂ ਵਸਤੂਆਂ ਅਤੇ ਸੇਵਾਵਾਂ ਦਾ ਆਦਾਨ ਪ੍ਰਦਾਨ। ਇਸ ਨੂੰ ਗਲਤ ਹੈ ਜੀ, ਕਿਉਂਕਿ ਉੱਥੇ ਲਿਖਿਆ ਹੈ ਕਿ ਰਿਵਾਇਤੀ ਨਹੀਂ, ਹੁਣ ਆਪਾਂ ਔਨਲਾਈਨ ਖਰੀਦ ਕਰਨੀ ਹੈ, ਸਿੱਧਾ ਆਪਣੇ ਸਮਾਨ ਘਰ ਪਹੁੰਚੇਗਾ। ਦੂਸਰੀ ਆਪਸ਼ਨ ਆਪਣੇ ਕੋਲ ਬਿਲਕੁਲ ਸਹੀ ਹੈ ਜੀ ਕਿ ਇੰਟਰਨੈਟ ਦੀ ਸਹੂਲਤ ਰਾਹੀਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣਾ ਅਤੇ ਵੇਚਣਾ। ਇਹ ਆਪਣੇ ਕੋਲ ਸੈਕਿੰਡ ਆਪਸ਼ਨ ਇਸ ਦਾ ਬਿਲਕੁਲ ਸਹੀ ਹੈ ਜੀ। ਅਤੇ ਆਹ ਹੁਣ 15ਵਾਂ ਕੁਐਸਚਨ ਦੇਖਦੇ ਹਾਂ। 15ਵਾਂ ਕੁਐਸਚਨ ਹੈ ਜੀ, ਖਪਤਕਾਰਾਂ ਲਈ ਈ ਕਮਰਸ ਦੇ ਮੁੱਖ ਲਾਭ ਕੀ ਹਨ, ਕਿ ਜੋ ਖਪਤਕਾਰ ਹੈ ਉਹ ਕਿਸ ਤਰ੍ਹਾਂ ਈ ਕਮਰਸ ਦਾ ਫਾਇਦਾ ਉਠਾਉਂਦੇ ਹਨ। ਪਹਿਲਾ ਆਪਣੇ ਕੋਲ ਹੈ ਬਹੁਤ ਵੱਡਾ ਅੰਤਰਰਾਸ਼ਟਰੀ ਬਾਜ਼ਾਰ ਮਿਲਦਾ ਹੈ, ਬਿਲਕੁਲ ਸਹੀ ਹੈ। ਕਿਸੇ ਵੀ ਸਥਾਨ 'ਤੇ ਸਮੇਂ ਖਰੀਦਦਾਰੀ ਕਰਨ ਦੀ ਸਹੂਲਤ ਹੈ। ਕਿਸੇ ਵੀ ਸਮੇਂ ਆਪਾਂ ਜੋ ਘਰ ਬੈਠੇ ਹੀ ਸ਼ਾਮ ਨੂੰ ਰਾਤ ਨੂੰ ਜਦੋਂ ਮਰਜ਼ੀ ਆਪਾਂ ਖਰੀਦਦਾਰੀ ਕਰ ਸਕਦੇ ਹਾਂ। ਸਮੇਂ ਦੀ ਵੀ ਆਪਣੀ ਬੱਚਤ ਹੁੰਦੀ ਹੈ। ਇਟ ਮੀਨ ਇਸ ਦਾ ਆਪਣੇ ਕੋਲ ਉਪਰੋਕਤ ਸਾਰੇ ਹੀ ਆਪਸ਼ਨ ਆ ਜਾਏਗੀ। ਸਾਰੀਆਂ ਹੀ ਜੋ ਹਨ ਖਪਤਕਾਰਾਂ ਲਈ ਈ ਕਮਰਸ ਦੇ ਮੁੱਖ ਲਾਭ ਹਨ ਜੀ। ਹੋਪਸ ਨੂੰ ਤੁਹਾਨੂੰ ਸਾਰੇ ਜੋ ਕੁਐਸਚਨ ਕਰਵਾਏ ਹਨ ਅੱਛੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹੈ ਜੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਹੈ। ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦੇਣਾ ਹੈ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਦੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲੈਣਾ ਹੈ। ਅਤੇ ਆਓ ਹੁਣ ਆਪਾਂ ਜੋ ਸੇਮ ਕੁਐਸਚਨ ਹਨ ਉਹਨਾਂ ਨੂੰ ਇੱਕ ਵਾਰ ਇੰਗਲਿਸ਼ ਵਿੱਚ ਵੀ ਉਹਨਾਂ ਦੇ ਆਨਸਰ ਦੇਖ ਲੈਂਦੇ ਹਾਂ ਜੀ।